ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ ਭੀਤਰ ਬੱਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਤੂੰ ਚੋ ਸੱਜਣ ਮੈਂਡਿਆ ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ। ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮੇ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਬੀਐ ਅਹਨਿਸ ਸਹਿਜ ਸੁ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ। ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ। ਤੁਧ ਡਿਠੇ ਸੱਚੇ ਪਾਤਸ਼ਾਹ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਬਾਦਸ਼ਾਹ
ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਗੁਰ ਕੇ ਚਰਨ ਕਮਲ ਨਮਸਕਾਰ। ਕਾਮ ਕ੍ਰੋਧ ਇਸ ਤਨ ਤੇ ਮਾਰ। ਹੋਏ ਰਹੀਐ ਸਗਲ ਕੀ ਰੀਨਾ। ਘਟ ਘਟ ਰਮਈਆ ਸਭ ਮਹਿ ਚੀਨਾ। ਗੁਰ ਕੇ ਚਰਨ ਕਮਲ ਨਮਸਕਾਰ। ਕਾਮ ਕ੍ਰੋਧ ਇਸ ਤਨ ਤੇ ਮਾਰ। ਹੋਏ ਰਹੀਐ ਸਗਲ ਕੀ ਰੀਨਾ। ਘਟ ਘਟ ਰਮਈਆ ਸਭ ਮਹਿ ਚੀਨਾ। ਇਨ ਬਿਦ ਰਮਹੁ ਗੋਪਾਲ ਗੋਬਿੰਦ। ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਰਹਾਉ ਆਠ ਪਹਿਰ ਹਰ ਕੇ ਗੁਣ ਗਾਓ। ਜੀ ਪ੍ਰਾਨ ਕੋ ਇਹ ਸੁਆਓ। ਤਜ ਅਭਮਾਨ ਜਾਨ ਪ੍ਰਭ ਸੰਗ। ਸਾਧ ਪ੍ਰਸਾਦ ਹਰਿ ਸਿਉ ਮਨ ਰੰਗ। ਜਿਨ ਤੂੰ ਕੀਆ ਤਿਸ ਕੋ ਜਾਨ। ਆਗੈ ਦਰਗਹ ਪਾਵੈ ਮਾਨ। ਮਨ ਤਨ ਨਿਰਮਲ ਹੋਏ ਨਿਹਾਲ। ਰਸਨਾ ਨਾਮ ਜਪਤ ਗੋਪਾਲ। ਕਰ ਕਿਰਪਾ ਮੇਰੇ ਦੀਨ ਦਇਆਲਾ। ਸਾਧੂ ਕੀ ਮਨ ਮੰਗੈ ਰਵਾਲਾ। ਹੋ ਦਇਆਲ ਦੇਹੋ ਪ੍ਰਭ ਦਾਨ। ਨਾਨਕ ਜਪ ਜੀਵੈ ਪ੍ਰਭ ਨਾਮ। ਕਰ ਕਿਰਪਾ ਮੇਰੇ ਦੀਨ ਦਇਆਲਾ। ਸਾਧੂ ਕੀ ਮਨ ਮੰਗੈ ਰਵਾਲਾ। ਹੋ ਦਇਆਲ ਦੇਹੋ ਪ੍ਰਭ ਦਾਨ। ਨਾਨਕ ਜਪ ਜੀਵੈ ਪ੍ਰਭ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਂਡ ਮਹੱਲਾ ਪੰਜਵਾ। ਗੁਰ ਕੇ ਚਰਨ ਕਮਲ ਨਮਸਕਾਰ। ਕਾਮ ਕ੍ਰੋਧ ਇਸ ਤਨ ਤੇ ਮਾਰ। ਹੋਏ ਰਹੀਐ ਸਗਲ ਕੀ ਰੀਨਾ। ਘਟ ਘਟ ਰਮਈਆ ਸਭ ਮਹਿ ਚੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ, ਸਰਬ ਸਾਂਝੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
सच्चे सतगुरु जी की पावन पवित्र निघी गोद अंदर जुड़ बैठे गुरु रूप गुरु सबारे सतसंगी जनो, आप जी बड़िया भागां वाले हो जो दशमेश पिता गुरु कलगीधर सतगुरु अमृत के दाते सर्वांस दानी सहबे कमाल धन धन साहिब श्री गुरु गोबिंद सिंह महाराज जी की चरण छो धरती महान पवित्र अस्थान गुरुद्वारा मंजी साहिब आलमगीर विखे हफ्तावारी ऐतवार के दीवाना विच हाजरियां भर के सतसंगत करके सतगुरु जी दीयां खुशियां प्राप्त कर रहे हो। अमृत वेले तो सजे दीवाना विच आप जी ने पंजा बाणियां दा नितनेम श्री सुखमनी साहिब जी ते जाप शब्द कीर्तन श्री आनंद साहिब जी दीयां 6 पौड़ियां श्रवण कीतियां हन। सो आओ गुरु सबारियो, समा है जो सतगुरु पातशाह महाराज जी ने साढ़े उत्ते बख्शिश की है पावन हुक्मनामे के रूप च पावन शब्द की आपां ने विचार श्रवण करनी है। आओ अपनियां मन बिरतियां एकागर करिए, ध्यान गुरु चरणों नाल जोड़िए ते सतगुरु महाराज जी के पावन उपदेश नूं हिरदियां विच वसा के अपना जीवन सफला करिए। करो सारे अपनी रसना पवित्र, आखो जी सतनाम श्री वाहिगुरु साहिब जी। फिर आखो जी सतनाम श्री वाहिगुरु साहिब जी। गोंड महला पंजवा। गुर के चरण कमल नमस्कार, काम क्रोध इस तन ते मार। गोंड राग दे विच पंजवें पातशाह पंजवें गुरुदेव शहीदां दे सरताज बाणी के बोहित जपियो जिन अर्जन देव गुरु, फिर संकट जोन करब न आयो। सतगुरु पातशाह महाराज जी 866 अंक उत्ते साडे उत्ते बख्शिश कर रहे हैं। अज दे इस पावन शब्द द्वारा सतगुरु जी सानू ये उपदेश दे रहे ने कि भाई परिपूर्ण परमात्मा का नाम जपो। नाम की दात कित्थों प्राप्त करनी है तो गुरु साहबान जी कहते अपने गुरु पासों, क्योंकि गुरु साहबान ही सानू दात दिंदे ने। गुरु तो बिना जीव की गत नहीं है। आपां गुरबाणी विच कई बारी सतगुर के बचन श्रवण कीते ने, पढ़े ने, श्रवण भी करते हैं तो सतगुरु इत्थों तक बचन करते हैं कि गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावे। कि गुरु तो बिना घुप हनेरा ही है। गुरु तो बिना जीव नूं किसी प्रकार की समझ नहीं आ सकती है। जीव कहता मैं परमात्मा की बंदगी करदा पर मेरी सुरती केंद्रित नहीं हुंदी, ते सतगुरु कहते गुर बिन सुरत न सिद्ध। जिते सुरती केंद्रित करनी है, सिद्धि प्राप्त करनी है, कहते सच जानी गुरु वाला बन। गुरु वाला बन के गुरु के दसे हुए उपदेश अनुसार अपने जीवन नूं बतीत कर। फिर एक दिन समा ऐसा भी आवेगा तेरी सुरती केंद्रित हो जाएगी। ये नहीं कि आप 2 दिन 4 दिन महीना कर लिया मुड़ के हट जाइए, नहीं। गुरु का उपदेश आपां रहिंदे सवासां तक कमाना है। जिन्ने साह सानू सतगुरु जी ने बख्शिश कीते ने ना, उन्ने साह दे राही असी हर समय
ਆਪਣੇ ਗੁਰੂ ਦਾ ਧੰਨਵਾਦ ਕਰੀ ਜਾਣਾ, ਗੁਰੂ ਦਾ ਸ਼ੁਕਰ ਕਰੀ ਜਾਣਾ। ਜੋ ਗੁਰੂ ਦੇ ਬਚਨ ਨੇ, ਬਚਨਾਂ ਨੂੰ ਸੱਤ ਕਰਕੇ ਮੰਨ ਲੈਣਾ। ਫਿਰ ਗੁਰੂ ਸਰੇ ਕਿਤੇ ਜਾ ਕੇ ਖੇਡ ਵਰਤਦੀ ਹੈ। ਫਿਰ ਸਾਡੀ ਜਿਹੜੀ ਅਵਸਥਾ ਹੈ ਉਹ ਅਵਸਥਾ ਸਾਡੀ ਗੁਰਮੁਖਾਂ ਵਾਲੀ ਬਣ ਸਕਦੀ ਹੈ। ਪਰ ਆਪਾਂ 1 ਮਹੀਨਾ 2 ਮਹੀਨੇ ਆਪਾਂ ਗੁਰੂ ਦਾ ਹੁਕਮ ਮੰਨੇ ਆ, ਫਿਰ ਆਪਣੀਆਂ ਮਨ ਦੀਆਂ ਮਰਜ਼ੀਆਂ ਕਰਨ ਲੱਗ ਪਏ। ਇੰਜ ਗੁਰੂ ਸਵਾਰੇ ਗੁਰੂ ਸਾਹਿਬਾਨ ਦੀਆਂ ਸਾਨੂੰ ਖੁਸ਼ੀਆਂ ਨਹੀਂ ਮਿਲ ਸਕਦੀਆਂ। ਤੇ ਸਤਿਗੁਰੂ ਕਹਿੰਦੇ ਨੇ, ਜੇ ਭਾਈ ਤੈਂ ਖੁਸ਼ੀਆਂ ਲੈਣੀਆਂ ਗੁਰੂ ਦੀਆਂ, ਸਭ ਤੋਂ ਪਹਿਲਾਂ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ। ਜੇ ਗੁਰੂ ਵਾਲਾ ਨਹੀਂ ਬਣਿਆ, ਤੈਨੂੰ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਣਗੀਆਂ। ਗੁਰੂ ਵਾਲਾ ਬਣਨਾ ਅਤੀ ਜ਼ਰੂਰੀ ਹੈ। ਕਹਿੰਦੇ ਫਿਰ ਗੁਰ ਕੇ ਚਰਨ ਕਮਲ ਨਮਸਕਾਰ। ਜਿਹੜੇ ਗੁਰੂ ਦੇ ਸੁੰਦਰ ਕਮਲਾਂ ਵਰਗੇ ਚਰਨ ਨੇ ਨਾ, ਉਹਨਾਂ ਨੂੰ ਬਾਰ-ਬਾਰ ਕਹਿੰਦੇ ਨਮਸਕਾਰ ਕਰਨਾ ਕਰ, ਸਜਦਾ ਕਰਨਾ ਕਰ। ਗੁਰੂ ਦੇ ਚਰਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਅਤੇ ਨਾਲ ਦੂਜਾ ਕੰਮ ਤੈਨੂੰ ਇੱਕ ਹੋਰ ਕਰਨਾ ਪਵੇਗਾ। ਇਹ ਨਹੀਂ ਕਿ ਕੇਵਲ ਗੁਰੂ ਦੇ ਚਰਨਾਂ 'ਚ ਮੱਥਾ ਟੇਕਦਾ ਪਰ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਅਤੇ ਸਤਿਗੁਰੂ ਕਹਿੰਦੇ ਦੂਜਾ ਕੰਮ ਤੈਨੂੰ ਇਹ ਕਰਨਾ, ਕਾਮ ਕ੍ਰੋਧ ਸਤਨ ਤੇ ਮਾਰ। ਤੇਰੇ ਹਿਰਦੇ ਦੇ ਅੰਦਰ, ਤੇਰੇ ਸਰੀਰ ਦੇ ਅੰਦਰ ਪਰਮਾਤਮਾ ਨੇ ਜਿੱਥੇ ਇਹ ਜਿੰਦ ਪਾਉਣਾ ਕੀਤੀ ਹੈ, ਉੱਥੇ ਇਹ 5 ਵਿਸ਼ੇ ਪਾਉਣਾ ਕੀਤੇ ਨੇ, ਜਿਨ੍ਹਾਂ ਦੀ ਗਿਣਤੀ 5 ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ। ਸਤਿਗੁਰੂ ਕਹਿੰਦੇ ਇਹਨਾਂ ਆਪਣੇ ਹਿਰਦੇ ਅੰਦਰ ਤੂੰ ਕਾਮ ਨੂੰ, ਕ੍ਰੋਧ ਨੂੰ, ਇਤਿਆਦਿਕ ਇਹਨਾਂ ਨੂੰ ਮਾਰਨਾ ਕਰ। ਕਿਵੇਂ ਮਾਰਨਾ ਹੈ? ਗੁਰੂ ਦੇ ਸ਼ਬਦ ਰਾਹੀਂ। ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀ ਰੇ। ਕਿਹੜਾ ਬਲੀ ਹੈ, ਕਿਹੜਾ ਬਲਵਾਨ ਹੈ? ਪਾਤਸ਼ਾਹ ਕਹਿੰਦੇ ਨੇ ਜਿਹਨੇ ਆਪਣੇ ਅੰਦਰੋਂ ਕਹਿੰਦੇ ਇਹ 5 ਸੂਰਵੀਰਾਂ ਨੂੰ ਖਤਮ ਕਰ ਦਿੱਤਾ। ਤੇ ਬਲੀ ਉਹ ਹੈ ਜੋ ਗੁਰੂ ਸਵਾਰੇ, ਜਿਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੈ, ਮਿਹਰ ਹੈ। ਜਦੋਂ ਗੁਰੂ ਦੀ ਕਿਰਪਾ ਹੁੰਦੀ ਨਾ, ਗੁਰੂ ਦੀ ਕਿਰਪਾ ਦੇ ਨਾਹੀਂ, ਤੇ ਵੱਡੇ ਤੋਂ ਵੱਡੇ ਜਿਹੜੀ ਦੁੱਖ ਦੀ ਘੜੀ ਹੈ, ਤਕਲੀਫ ਹੈ, ਇਹ ਗੁਰੂ ਸਾਹਿਬਾਨ ਸਾਡੀਆਂ ਦੂਰ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਭਾਈ ਆਪਣੇ ਹਿਰਦੇ ਵਿੱਚੋਂ ਤੂੰ ਕਾਮ ਕ੍ਰੋਧ ਇਤਿਆਦਿਕ ਇਹਨੂੰ ਤਨ ਦੇ ਵਿੱਚੋਂ ਤੂੰ ਖਤਮ ਕਰਨਾ ਕਰ। ਵਾਰ-ਵਾਰ ਗੁਰੂ ਨੂੰ ਸਜਦਾ ਕਰ। ਸਤਿਗੁਰੂ ਜੀ ਹੋਰ ਕੀ ਕਰਨਾ ਪਵੇਗਾ? ਤੇ ਪਾਤਸ਼ਾਹ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਹੋਏ ਰਹੀਐ ਸਗਲ ਕੀ ਰੀਨਾ, ਘਟ ਘਟ ਰਮਈਆ ਸਭ ਮਹਿ ਚੀਨਾ। ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਅਗਲਾ ਤਾਂ ਜਿਹੜਾ ਕਰਮ ਕਰਨਾ ਹੈ, ਕਹਿੰਦੇ ਸਾਰਿਆਂ ਦੀ ਰੀਨਾ ਦਾ ਅਰਥ ਹੈ ਚਰਨ ਧੂੜੀ। ਜਿੰਨੇ ਵੀ ਹਨ ਤੂੰ ਸਾਰਿਆਂ ਦੀ ਚਰਨ ਧੂੜੀ ਬਣ ਕੇ ਰਹਿਣ ਦਾ ਭਾਵ ਆਪਣੇ ਮਨ ਦੇ ਵਿੱਚ ਨਿਮਰਤਾ ਵਾਲਾ ਗੁਣ ਧਾਰਨ ਕਰ। ਜੇ ਤੇਰੇ ਅੰਦਰ ਨਿਮਰਤਾ ਨਹੀਂ, ਨਿਮਾਣਾਪਣ ਨਹੀਂ ਹੈ, ਫਿਰ ਗੁਰੂ ਦੀਆਂ ਖੁਸ਼ੀਆਂ ਤੈਨੂੰ ਨਹੀਂ ਮਿਲਣੀਆਂ ਹਨ। ਕਿਉਂਕਿ ਗੁਰੂ ਪਾਤਸ਼ਾਹ ਦਾ ਜਦੋਂ ਖੁਸ਼ੀ ਉਦੋਂ ਮਿਲਦੀ ਜਦੋਂ ਜੀਵ ਦੇ ਅੰਦਰ ਨਿਮਰਤਾ ਆ ਜਾਵੇ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਗਰੀਬੀ ਕਦਾ ਹਮਾਰੀ, ਖੰਨਾ ਰੇਣ ਸਗਲ ਸ਼ਾਰੀ। ਗਰੀਬੀ ਦਾ ਅਰਥ ਇਹ ਨਹੀਂ ਕਿ ਆਪਾਂ ਮੈਲੇ ਕੁਚਾਲੇ ਪਾਟੇ ਹੋਏ ਵਸਤਰ ਪਹਿਨ ਲਏ, ਨਹੀਂ। ਗਰੀਬੀ ਦਾ ਅਰਥ ਹੈ ਨਿਮਰਤਾ, ਨਿਮਾਣਾਪਨ। ਜਿਸ ਨਿਮਾਣੇਪਨ ਦੇ ਲਈ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਹੋਏ ਨਿਮਾਣਾ ਢਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੈ, ਦੁਨੀਆ ਵਿੱਚ ਪਰੋਹਣਾ ਦਾਵਾ ਛੱਡ ਰਹਿ ਲੈ ਦਾਵੈ। ਕਹਿੰਦੇ ਦੁਨੀਆ ਵਿੱਚ ਤੂੰ ਪ੍ਰਾਹੁਣਚਾਰੀ ਵਿੱਚ, ਅਜੇ ਮਹਿਮਾਨ ਘਰ ਦੇ ਵਿੱਚ ਆਉਂਦੇ ਨੇ, 1 ਦਿਨ 2 ਦਿਨ ਰਹਿੰਦੇ ਨੇ, ਫਿਰ ਵਾਪਸ ਚਲੇ ਜਾਂਦੇ ਨੇ। ਅੱਜ ਕੱਲ੍ਹ ਤਾਂ ਉਹ ਵੀ ਸਮਾਂ ਖਤਮ ਹੋ ਗਿਆ ਹੈ। ਕੁਝ ਮਿੰਟ 15-20 ਮਿੰਟ ਘੰਟੇ ਲਈ ਆਉਂਦੇ, ਫਿਰ ਗੁਰੂ ਸਾਹਿਬ ਵਾਪਸ ਚਲੇ ਜਾਂਦੇ। ਪੁਰਾਣੇ ਸਮੇਂ ਦੀ ਗੱਲ ਹੈ। ਮਹਿਮਾਨਾਂ ਨੇ ਆਉਣਾ 2 ਦਿਨ 4 ਦਿਨ, ਜੇ ਦੂਰੋਂ ਵੱਧ ਦੂਰੋਂ ਆਏ ਹੁਣ ਤਾਂ ਹਫ਼ਤਾ ਰਹਿ ਜਾਂਦੇ ਨੇ, ਫਿਰ ਇਹ ਉਹ ਵਾਪਸ ਮੁੜਦੇ ਨੇ। ਅਤੇ ਸਤਿਗੁਰੂ ਕਹਿੰਦੇ ਜਿਵੇਂ ਮਹਿਮਾਨ ਆਏ ਅਤੇ ਚਲੇ ਗਏ ਵਾਪਸ ਆਪਣੇ ਘਰ ਨੂੰ,
ਇਹ ਜੀਵ ਸੰਸਾਰ ਘਰ ਦੇ ਤੂੰ ਹੀ ਮਹਿਮਾਨ ਆਇਆ ਹੈ। ਅੱਜ ਨਹੀਂ ਤਾਂ ਕੱਲ੍ਹ ਤੈਨੂੰ ਵਾਪਸ ਜਾਣਾ ਪਵੇਗਾ। ਫਿਰ ਤੂੰ ਕਾਹਦਾ ਦਾਵਾ ਕਰਦਾ ਫਿਰਦਾ ਹੈ। ਇਸ ਕਰਕੇ ਦਾਵਾ ਛੱਡ, ਰਹਿ ਲੈ ਦਾਵੇ ਤੋਂ ਰਹਿਤ ਹੋ ਜਾ, ਨਿਮਾਣਾ ਬਣ ਜਾ। ਤੇ ਜਦੋਂ ਨਿਮਾਣਾ ਬਣ ਕੇ ਤੂੰ ਗੁਰੂ ਗੁਰੂ ਜਪੇਗਾ ਤੇ ਸਤਿਗੁਰੂ ਕਹਿੰਦੇ ਫਿਰ ਦਰਗਹਿ ਮਾਣ ਨਿਮਾਣਾ ਪਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਮਾਲਕ ਦੀ ਦਰਗਾਹ ਵੇਖੇ, ਕਹਿੰਦੇ ਤੈਨੂੰ ਮਾਣ ਮਿਲੇਗਾ, ਸਨਮਾਨ ਮਿਲੇਗਾ, ਸਤਿਕਾਰ ਮਿਲੇਗਾ। ਇਸ ਕਰਕੇ ਇੱਥੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ ਕਿ ਹੋਏ ਰਹੀ ਹੈ ਸਗਲ ਕੀ ਰੀਨਾ, ਸਾਰਿਆਂ ਦੀ ਰੀਨਾ, ਸਾਰਿਆਂ ਦੀ ਚਰਨ ਧੂੜੀ ਬਣਨਾ ਕਰ। ਜਿਵੇਂ ਹੁਣ ਨਿਮਰਤਾ ਦੀ ਗੱਲ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਸਾਰੇ ਪ੍ਰਮਾਣ ਆਉਂਦੇ ਨੇ, ਰੋਜ਼ਾਨਾ ਪੜ੍ਹਦੇ ਹਾਂ ਆਪਾਂ ਸੋਹਲਾ ਸਾਹਿਬ ਦੀ ਪਾਵਨ ਬਾਣੀ। ਸੋਹਲੇ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਹੁਣ ਸਤਿਗੁਰੂ ਜੀ ਨੇ ਪਹਿਲਾ ਸ਼ਬਦ ਵਰਤਿਆ ਹਮ ਗਰੀਬ, ਦੂਜਾ ਸ਼ਬਦ ਆਇਆ ਮਸਕੀਨ ਪ੍ਰਭ ਤੇਰੇ। ਹੁਣ ਗਰੀਬ ਦਾ ਅਰਥ ਹੋ ਗਿਆ ਗਰੀਬ, ਤੇ ਮਸਕੀਨ ਦਾ ਅਰਥ ਕੀ ਬਣਨਾ ਹੈ? ਹਮ ਗਰੀਬ ਮਸਕੀਨ ਪ੍ਰਭ ਤੇਰੇ। ਤੇ ਸਤਿਗੁਰੂ ਕਹਿੰਦੇ ਮੈਂ ਗਰੀਬ ਹਾਂ। ਹੇ ਪ੍ਰਭੂ, ਮਸਕੀਨ ਦਾ ਅਰਥ ਹੈ ਅੱਤ ਦਾ ਗਰੀਬ, ਬਿਲਕੁਲ ਨਿਮਰਤਾ, ਨਿਮਾਣਾ, ਇੱਕ ਕਣਕਾ ਮਾਤਰ ਵੀ ਮਨ ਵਿੱਚ ਮਾਣ ਨਾ ਰਹਿ ਜਾਵੇ। ਕਹਿੰਦੇ ਹੇ ਪ੍ਰਮਾਤਮਾ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਤੇਰੇ ਦਰ ਦੇ ਅੱਤ ਦੇ ਗਰੀਬ ਹਾਂ ਮਾਲਕ ਜੀ। ਹਰ ਰਾਖ ਰਾਖ ਵੱਡ ਵੱਡਾ ਹੈ, ਤੇ ਆਪ ਜੀ ਬਹੁਤ ਵੱਡੇ ਹੋ, ਤੇ ਸਾਡੇ ਉੱਤੇ ਕਿਰਪਾ ਕਰੋ, ਮਿਹਰ ਕਰੋ। ਕਿਉਂਕਿ ਜਦੋਂ ਤੱਕ ਜੀਵ ਦੇ ਅੰਦਰ ਮੈਂ ਪੁਣਾ ਹੈ, ਉਦੋਂ ਤੱਕ ਜੀਵ ਨੂੰ ਗੁਰੂ ਸਰੇ ਮਾਲਕ ਦੀਆਂ, ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ। ਗੁਰੂ ਨਾਨਕ ਦੇ ਘਰ ਦਾ ਇਹ ਬਿਰਧ ਹੈ ਕਿ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਨਿਵਾਜਣਾ ਕੀਤਾ, ਸੰਸਾਰ ਦੇ ਲੋਕਾਂ ਨੂੰ ਨਿਵਾਜੇ ਆ। ਜਿਹੜੇ ਸਿੱਖਾਂ ਨਾਲ ਸਤਿਗੁਰੂ, ਜਿਹੜੇ ਸਿੱਖ ਗੁਰੂ ਸਾਹਿਬਾਨ ਨੂੰ ਅਥਾਹ ਪ੍ਰੇਮ ਕਰਦੇ ਨੇ, ਤੇ ਸਤਿਗੁਰੂ ਚੋਜੀ ਪ੍ਰੀਤਮ ਪਾਤਸ਼ਾਹ ਉਹਨਾਂ ਨੂੰ ਚੌਗੁਣਾ ਪ੍ਰੇਮ ਕਰਦੇ ਹਨ। ਜਦੋਂ ਆਪਾਂ ਇਤਿਹਾਸ ਦੀ ਗੱਲ ਕਰੀਏ, ਬਹੁਤ ਸਾਰੇ ਐਸੇ ਸਿੱਖਾਂ ਦੀ ਗਾਥਾ ਆਉਂਦੀ ਹੈ ਜਿਨ੍ਹਾਂ 'ਚ ਕਿਣਕਾ ਮਾਤਰ ਜੇ ਮਾਣ ਆਇਆ, ਤੇ ਗੁਰੂ ਸਾਹਿਬਾਨ ਜੀ ਨੇ ਉਹ ਮਾਣ ਬਾਹਰ ਕੱਢ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਦਸ਼ਮੇਸ਼ ਪਿਤਾ ਜੀ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਹਨ। ਸਤਿਗੁਰ ਦਾ ਸਿਦਕੀ ਸਿੱਖ ਹੈ ਜਿਹਦਾ ਨਾਮ ਹੈ ਭਾਈ ਨੰਦ ਲਾਲ ਜੀ। ਇਹ ਭਾਈ ਨੰਦ ਲਾਲ ਜੀ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ 52 ਕਵੀ ਸੀ, ਉਹਨਾਂ ਕਵੀਆਂ ਦੇ ਵਿੱਚੋਂ ਇਹ ਭਾਈ ਨੰਦ ਲਾਲ ਜੀ ਮੁੱਖ ਕਵੀ ਸੀ। ਭਾਈ ਨੰਦ ਲਾਲ ਜੀ, ਕਵੀ ਸੈਨਾਪਤੀ ਜੀ, ਇਹ ਮੁੱਖ ਕਵੀ ਸੀ। ਬੜਾ ਪਿਆਰ ਸੀ ਗੁਰੂ ਸਾਹਿਬਾਨ ਦੇ ਨਾਲ, ਬੜਾ ਸਤਿਗੁਰੂ ਦਾ ਸਤਿਕਾਰ ਕਰਦਾ ਸੀ, ਅਥਾਹ ਪ੍ਰੇਮ। ਤੇ ਨਿਤ ਦਾ ਨਿਯਮ ਬਣਾਇਆ ਹੋਇਆ ਭਾਈ ਸਾਹਿਬ ਨੇ ਕਿ ਪਹਿਲਾਂ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਤੋਂ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਨ ਉਪਰੰਤ ਫਿਰ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨੇ। ਦਰਸ਼ਨ ਦੀਦਾਰੇ ਕਰਨੇ, ਦਰਸ਼ਨ ਦੀਦਾਰੇ ਕਰਨ ਉਪਰੰਤ ਜਲ ਪਾਣੀ ਛਕਣਾ। ਇੱਥੇ ਵੀ ਇਸ ਸਥਾਨ ਉੱਤੇ ਬਹੁਤ ਸਾਰੇ ਐਸੇ ਸ਼ਰਧਾਲੂ ਆਉਂਦੇ ਨੇ ਜਿਹੜੇ ਪਹਿਲਾਂ ਗੁਰੂ ਦੇ ਦਰ 'ਤੇ ਚੱਲ ਕੇ ਗੁਰੂ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਦੇ ਨੇ, ਫਿਰ ਬਾਅਦ ਵਿੱਚ ਉਹ ਜਲ ਪਾਣੀ ਛਕਦੇ ਨੇ। ਚੰਗੀ ਗੱਲ ਹੈ, ਪਰ ਗੁਰੂ ਨਾਲ ਇਹ ਪ੍ਰੇਮ ਹੈ ਗੁਰੂ ਸਵਾਰਿਓ। ਹੁਣ ਭਾਈ ਨੰਦ ਲਾਲ ਸਿੰਘ ਜੀ ਦਾ ਪ੍ਰੇਮ, ਤੇ ਭਾਈ ਨੰਦ ਲਾਲ ਸਿੰਘ ਜੀ ਸਤਿਗੁਰ ਦੇ ਨਿਤਾਪਤੀ ਦਰਸ਼ਨ ਦੀਦਾਰੇ ਕਰਦੇ, ਫਿਰ ਜਲ ਪਾਣੀ ਛਕਦੇ। ਤੇ ਇੱਕ ਦਿਨ ਭਾਈ ਨੰਦ ਲਾਲ ਜੀ ਦੇ ਮਨ ਥੋੜ੍ਹਾ ਜਿਹਾ ਮਾਣ ਆ ਗਿਆ ਕਿ ਮੇਰੇ ਜੈਸਾ ਕੋਈ ਸਿੱਖ ਨਹੀਂ, ਮੈਂ ਨਿਤਾ ਪ੍ਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਦਾ, ਜਲ ਪਾਣੀ ਛਕਦਾ, ਫਿਰ ਮੈਂ ਦੀਦਾਰ ਕਰਕੇ ਜਲ ਪਾਣੀ ਛਕਦਾ। ਇਸ ਕਰਕੇ
मेरे उत्ते गुरु की बड़ी बख्शिश है। तो इस तरह मन विच ये थोड़ा जिहा मूली मात्र मान आया। हुण कलगीधर पातशाह महाराज दे कोल हीरे सी गुरु सवारिओ। जिन्ने भी सिख सतगुरु नूं अथाह प्रेम करन वाले सन, उन्हां हीरियां दे विचों ओ गुरु पातशाह दे हीरे सी। उन्हां हीरियां विचों भाई नंद लाल जी एक हीरा सी, भाई कन्हैया जी हीरा सी। होर ऐसे सिख जिहड़े सतगुਰਾਂ दे एक बचन करन दे नाल ही अपणियां जानां कुर्बान करन लई तैयार हो जांदे सी, वो गुरु गोबिंद सिंह महाराज दे हीरे सी। ते भाई नंद लाल सिंह ही हीरा सी, ऐसा हीरा। हुण हीरे उत्ते थोड़ी जी झीट लग जावे, हीरा खराब हो जाता ना, कीमत घट जाती है। झरीट लग गई, त्रेड़ आ गई, तो वह हीरा फिर उसकी कीमत घट जाती है। हुण थोड़ा जिहा मामूली जिहा मान आया कि मैं गुरु गोबिंद सिंह महाराज सिख ते कलगीधर पातशाह मैनूं बड़ा प्रेम करते हैं, मैं दर्शन दीदारे पहलां करदा ते बाद विच जल पानी छकदा। ते सतगुरु दशमेश पिता जी ने हुण मान तोड़दा। सतगुरु जी ने एक दीवान सजे ने, दीवाना विच भाई नंद लाल सिंह जी बैठे ने। कलगीधर पातशाह महाराज कहण लगे, नंद लाल सिंह साडा एक कारज है, वो कारज तुसां ने करना। सतबचन जी, फलाणे नगर जाना, फलाणे मनुख नूं जाके मिलना, उत्थों फिर शाम तक वापस मुड़ के आउणा है, रात नहीं रहना। तो जान के अपने आसन ते आए तैयारी कर ली है। जो तैयारी करके विचारे कि मना गुरु गोबिंद सिंह महाराज जी कहते पहर रात रहिंदी तो तुरना है, तो मेरा नित का नियम बनिया होया पहला गुरु गोबिंद सिंह महाराज के दीदार करने, दर्शन करने ने, फिर मैं जल पानी छकना। मना एडा लंबा सफ़र पैदल तुर के जावांगा, फिर वापस आवांगा, बिना जल पानी तो मैं किवें एडा लंबा पैंडा तय करांगा। सोचां विच पै गए, जे मैं जल पानी छकदा मेरी प्रीत विच प्रीत टुटदी है, फर्क पैंदा है, नित का नियम टुटदा है। जे मैं नहीं छकदा तो भुख का दुख किवें झल्लांगा, मैं सफ़र किवें तय करांगा। इंज मन दे विच विचारां करदे ने। विचारां करदियां होइयां अखीर ते गुरु साहब सोचा, चलो गुरु गोबिंद सिंह महाराज जाके दरवाजा खड़का देंगा, सतगुर के चरणा जाके बेनती करांगा, तो सतगुरु पातशाह दर्शन दीदारे देणगे, फिर मैं अगे अपने काम ते चले जावांगा। कहते इस तरह विचार कीती, तैयार होए, सारी रात सोचां विच लंघ गई सी। पहर रात रहिंदी तो गुरु साहब उठे ने, इशनान कीता है, गुरु कलगियां वाले पातशाह के दरवाजे ते जाके बूहा खड़का दिता। दरवाजा खड़काया, अंदरों आवाज़ आई है, कौन है? तो कहन लग्या, सच्चे पातशाह मैं नंद लाल। धन गुरु गोबिंद सिंह महाराज चुप का शरनाटा छा गया। सतगुरु ने किहड़ा नंद लाल भाई, जो आखे ना किहड़ा नंद लाल, तो भाई नंद लाल सुन के हैरान हो गया कि गुरु गोबिंद सिंह महाराज की कह रहे हैं। थोड़ी देर बाद फिर दरवाजा खड़काया, फिर अंदरों आवाज़ आई, कौन है? अगों फिर गुरु कलगीधर पातशाह महाराज पूछते ने, कौन है? तो भाई नंद लाल सिंह जी कहते ने, सतगुरु मैं तुहाडा सिख भाई नंद लाल। फिर सन्नाटा छा गया, चुप का छन्ना। थोड़ी सतगुरु पातशाह इस तरह आवाज़ दी तो गुरु गोबिंद सिंह महाराज ने बचन कीते सी। कहन लगे, भाई किहड़े नंद लाल की गल करदे हो? साडे दर ते तां हज़ारां लखां ही नंद लाल तुरे फिरदे ने, तुसीं किहड़े नंद लाल की गल करदे हो? जदों दशमेश पिता महाराज ने यह बचन किया तो भाई नंद लाल सिंह दे नेत्रां विचों हंझू डिगण लग पे, बराग दे विच आ गए ने। तीजी वारी दरवाजा खड़काया तो सतगुरु फिर अंदरों आवाज़ दिंदे ने कि भाई कौन है? तो कहन लग्या, सच्चे पातशाह मैनू नहीं पता मैं कौन हाँ, मैनू तो इन्ना पता है कि आप जी मेरे गुरु हो तो मैं आप जी का सिख हाँ। आप जी ने मैनू किसी कारज लई बाहर भेजिया है, मैं आप जी दे दीदार करन वास्ते आया हाँ। जो आखे ना मैनू नहीं पता मैं कौन हाँ,
ਤੇ ਉਦੋਂ ਦਸ਼ਮੇਸ਼ ਪਿਤਾ ਜੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਭਾਈ ਨੰਦ ਲਾਲ ਸਿੰਘ ਨੂੰ ਆਪਣੀ ਗੱਲ ਬੱਕੜੀ 'ਚ ਲੈ ਲਿਆ। ਕਹਿਣ ਲੱਗਿਆ ਬਸ ਭਾਈ ਨੰਦ ਲਾਲ ਸਿੰਘ, ਮੈਨੂੰ ਇਹੋ ਜਿਹਾ ਨੰਦ ਲਾਲ ਚਾਹੀਦਾ ਹੈ। ਤੇ ਕਹਿਣ ਲੱਗੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ, ਸਤਿਗੁਰੂ ਜੀ ਮੈਨੂੰ ਹੁਣ ਆਗਿਆ ਦੇਵੋ, ਮੈਂ ਆਪ ਜੀ ਦਾ ਕਾਰਜ ਕਰਕੇ ਆਵਾਂ। ਕਲਗੀਧਰ ਪਾਤਸ਼ਾਹ ਕਹਿੰਦੇ ਕੋਈ ਕਾਰਜ ਨਹੀਂ ਭਾਈ, ਕੋਈ ਕੰਮ ਨਹੀਂ। ਤੇਰੇ ਮਨ ਵਿੱਚ ਥੋੜ੍ਹਾ ਜਿਹਾ ਮਾਣ ਆਇਆ ਸੀ ਕਿ ਮੇਰੇ ਜੈਸਾ ਕੋਈ ਸਿੱਖ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਅਥਾਹ ਪ੍ਰੇਮ ਕਰਦੇ ਨੇ, ਪਰ ਤੇਰਾ ਥੋੜ੍ਹਾ ਜਿਹਾ ਰੱਤੀ ਮਾਤਰ, ਤੇਰਾ ਇਰੰਚਕ ਮਾਤਰ ਹੰਕਾਰ ਦੂਰ ਕਰਨਾ ਸੀ। ਤੇ ਗੁਰੂ ਸਰ ਇਸ ਤਰ੍ਹਾਂ ਆਪਣੇ ਸੇਵਕਾਂ ਉੱਤੇ ਬਖਸ਼ਿਸ਼ਾਂ ਕਰਦੇ ਨੇ। ਸੋ ਸਤਿਗੁਰੂ ਇੱਥੇ ਇਹ ਬਚਨ ਕਰਦੇ ਨੇ, ਕਹਿੰਦੇ ਭਾਈ ਹੋਏ ਰਹੀ ਹੈ ਸਗਲ ਕੀ ਰੀਨਾ, ਸਾਰਿਆਂ ਦੀ ਰੀਨਾ, ਸਾਰਿਆਂ ਦੀ ਚਰਨ ਧੂੜੀ ਪਾਈ ਬਣਨਾ ਕਰ। ਘੱਟ ਘੱਟ ਰਮਈਆ ਸਭ ਮੈਂ ਰਮਈਆ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ, ਉਹਨੂੰ ਸਾਰਿਆਂ ਵਿੱਚ ਚੀਨਾ ਜਾਣਨਾ ਕਰ। ਭਾਵ ਘੱਟ ਘੱਟ ਸਾਰੇ ਇੱਕ ਹਿਰਦੇ ਦੇ ਵਿੱਚ, ਹਰ ਇੱਕ ਜੀਵ ਜੰਤੂ ਦੇ ਵਿੱਚ, ਜਿੰਨੇ ਵੀ 84 ਲੱਖ ਜੂਨਾਂ ਨੇ, ਹਰ ਇੱਕ ਮਨੁੱਖਤਾ ਦੇ ਵਿੱਚ ਉਹ ਵਾਹਿਗੁਰੂ ਹੈ। ਕਹਿੰਦੇ ਉਸ ਵਾਹਿਗੁਰੂ ਨੂੰ ਜਾਣਨਾ ਕਰ। ਇਨ ਬਿਦ ਰਮਹੁ ਗੋਪਾਲ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਹੇ ਭਾਈ ਇਨ ਬਿਦ, ਇਸ ਤਰੀਕੇ ਦੇ ਨਾਲ ਜਿਹੜਾ ਗੋਪਾਲ ਹੈ, ਧਰਤੀ ਦੀ ਪਾਲਣਾ ਕਰਨ ਵਾਲਾ, ਧਰਤ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ, ਉਸ ਗੋਪਾਲ ਗੋਬਿੰਦ ਨੂੰ ਕਹਿੰਦੇ ਰਮੋ ਰਮਣਾ ਕਰੋ, ਉਚਾਰਨ ਕਰੋ, ਉਹਦਾ ਜਸ ਕਰਨਾ ਕਰੋ। ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਇੰਝ ਆਖੋ ਕਿ ਪ੍ਰਭੂ ਮੇਰਾ ਕੁਝ ਵੀ ਨਹੀਂ ਹੈ, ਮੇਰਾ ਤਨ ਹੈ ਇਹ ਵੀ ਪ੍ਰਭੂ ਦਾ ਹੈ, ਧਨ ਹੈ ਇਹ ਵੀ ਪ੍ਰਭੂ ਦਾ ਹੈ, ਜਿਹੜੀ ਮੈਨੂੰ ਇਸ ਸਰੀਰ ਵਿੱਚ ਜਿੰਦ ਪਾਈ ਹੋਈ ਹੈ ਇਹ ਜਿੰਦ ਵੀ ਪ੍ਰਭ ਕੀ ਜਿੰਦ, ਪ੍ਰਭੂ ਪਰਮਾਤਮਾ ਜੀ ਆਪ ਜੀ ਦੀ ਹੈ। ਕਿਉਂਕਿ ਜਦੋਂ ਤੱਕ ਆਪਾਂ ਆਪਣਾ ਆਪ ਗੁਰੂ ਨੂੰ ਅਰਪਣ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਦੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਦੀ ਪਾਲਣਾ ਕਰਨੀ ਪਵੇਗੀ, ਆਪਣਾ ਤਨ ਮਨ ਸਭ ਕੁਝ ਗੁਰੂ ਨੂੰ ਨਿਸ਼ਾਵਰ ਕਰਨਾ ਪਵੇਗਾ। ਦੇਖੋ 80,000 ਦਾ ਇਕੱਠ ਸੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ। ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨ ਸਾਰੇ ਆ ਕੇ ਕਹਿੰਦੇ ਸੀ ਕਿ ਪਾਤਸ਼ਾਹ ਸੀ ਆਪਣਾ ਤਨ ਵੀ ਦਿੱਤਾ, ਮਨ ਵੀ ਦਿੱਤਾ, ਧਨ ਵੀ ਦਿੱਤਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਵਾਜ਼ ਦਿੱਤੀ ਹੈ ਕਿ ਭਾਈ ਧਰਮ ਦੇ ਲਈ ਸਾਨੂੰ ਸੀਸ ਦੀ ਲੋੜ ਹੈ, ਕੋਈ ਉੱਠੇ ਤੇ ਮਾਫ਼ ਕਰਨਾ। ਉਦੋਂ 80,000 ਦੇ ਇਕੱਠ ਵਿੱਚੋਂ 5 ਉੱਠੇ ਸੀ, ਜਿਨ੍ਹਾਂ ਨੇ ਆਖਿਆ ਕਿ ਪਾਤਸ਼ਾਹ ਤਨ ਵੀ ਆਪਦਾ, ਧਨ ਵੀ ਆਪਦਾ ਤੇ ਮਨ ਵੀ ਆਪਦਾ। ਜਿਨ੍ਹਾਂ ਨੇ ਆਪਣਾ ਆਪ ਵਾਰਨਾ ਕੀਤਾ ਨਾ ਗੁਰੂ ਦੇ ਲਈ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ, ਤੇ ਸਤਿਗੁਰੂ ਨੇ ਉਪਾਧੀ ਦੇਣਾ ਕੀਤੀ ਇਹਨਾਂ ਨੂੰ ਗੁਰੂ ਸਵਾਰਿਓ। ਕੀ ਆਖਿਆ? ਇਹ ਮੇਰੇ 5 ਪਿਆਰੇ ਨੇ। ਸਾਹਿਬਜ਼ਾਦਿਆਂ ਨੂੰ 4 ਸਾਹਿਬਜ਼ਾਦੇ ਆਖਿਆ। ਕਦੇ ਆਪਾਂ ਅਰਦਾਸ 'ਚ ਰਹਿਣਾ ਪੜ੍ਹਦੇ ਹਾਂ, ਕਦੇ ਸਾਹਿਬਜ਼ਾਦਿਆਂ ਦੇ ਨਾਮ ਨਾਲ 4 ਪਿਆਰੇ ਨਹੀਂ ਆਖਿਆ ਸਤਿਗੁਰ ਨੇ, 5 ਪਿਆਰੇ। ਕਾਰਨ ਕੀ ਸੀ ਕਿ 80,000 ਦੇ ਇਕੱਠ ਵਿੱਚ ਹੋਕਾ ਦਿੱਤਾ ਤੇ ਅੱਗੇ ਹੋ ਗਏ ਕਿ ਸਤਿਗੁਰੂ ਸਾਡਾ ਸੀਸ ਹਾਜ਼ਰ ਹੈ, ਕਿਰਪਾ ਕਰੋ। ਫਿਰ ਆਪਣੇ ਬਣਾ ਲੈਂਦਾ ਗੁਰੂ, ਸਾਨੂੰ ਗੱਲ ਬੱਕੜੀ 'ਚ ਲੈ ਲੈਂਦਾ ਹੈ। ਇਸ ਕਰਕੇ ਭਾਈ ਜਿਹੜਾ ਤਨ ਹੈ, ਜਿਹੜੀ ਇਹਦੇ ਜਿੰਦ ਪਾਈ ਸਰੀਰ ਦੇ ਵਿੱਚ, ਇਹ ਕਹਿੰਦੇ ਇਹ ਜਿੰਦ ਵੀ ਕਹਿੰਦੇ ਉਸ ਮਾਲਕ ਦੀ ਹੈ। ਇੰਝ ਸਮਝਣਾ ਕਰ, ਇਸ ਤਰ੍ਹਾਂ ਗੁਰੂ ਨੂੰ ਅਰਪਣ ਕਰ, ਇਸ ਤਰ੍ਹਾਂ ਉਸ ਮਾਲਕ ਦਾ ਸਿਮਰਨ ਕਰ। ਰਹਾਉ 8 ਪਹਿਰ ਹਰ ਕੇ ਗੁਣ ਗਾਓ, ਜੀ ਪਰਾਨ ਕੋ ਇਹ ਸੁਆਓ। ਸਤਿਗੁਰੂ ਜੀ ਕਿਹੜੇ ਕਿਹੜੇ ਸਮੇਂ ਪਰਮਾਤਮਾ ਦੇ ਗੁਣ ਗਾਉਣੇ ਨੇ, ਵੀ ਦੂਸਰੇ ਪਦੇ ਵਿੱਚ ਵਿਸ਼ਰਾਮ ਦੇ ਕੇ ਰੁਕ ਕੇ ਪਾਤਸ਼ਾਹ ਕਿਰਪਾ ਕਰਦੇ ਨੇ। ਕਿਉਂਕਿ ਸਤਿਗੁਰੂ ਨੇ ਸਮੇਂ ਦੀ ਬਣਤਰ ਬਣਾਈ ਹੋਈ ਹੈ ਕਿ ਪਹਿਲਾ ਅੰਮ੍ਰਿਤ ਵੇਲਾ, ਫਿਰ ਸੰਧਿਆ ਦੇ ਸਮੇਂ। ਇਹ ਸ਼ੁਰੂਆਤ ਹੈ ਜੀਵਨ ਦੀ, ਇਹ ਜ਼ਰੂਰੀ ਕਰਨਾ ਸਿੱਖ ਨੇ। ਅੰਮ੍ਰਿਤ ਵੇਲੇ ਉੱਠਣਾ ਤੇ ਸੰਧਿਆ ਵੇਲੇ ਸੋਦਰ ਦੀ ਬਾਣੀ ਪੜ੍ਹਨੀ ਤੇ ਸੋਹਲਾ ਸਾਹਿਬ ਸੌਣ ਵੇਲੇ ਪੜ੍ਹਨਾ, ਇੰਨਾ ਕੁ ਹਰ ਇੱਕ ਸਿੱਖ ਲਈ ਜ਼ਰੂਰੀ ਹੈ। ਜਦੋਂ ਆਪਾਂ ਇਹ ਕਮਾਉਣ ਲੱਗ ਪਏ, ਅੰਮ੍ਰਿਤ ਵੇਲਾ ਸੰਭਾਲ ਲਿਆ, ਸ਼ਾਮਾਂ ਦਾ ਸਮਾਂ ਸੰਭਾਲ ਲਿਆ, ਫਿਰ ਗੁਰੂ ਸਵਾਰੇ ਉਹ ਜਿਹੜਾ ਹੌਲੀ ਹੌਲੀ ਲਾਗ ਲੱਗਦੀ ਹੈ, ਉਹ 8 ਪਹਿਰ ਫਿਰ ਪ੍ਰਮਾਤਮਾ ਦੇ ਗੁਣ ਗਾਉਂਦਾ।
ਕੰਮ ਧੰਦਾ ਕਰਦਿਆਂ ਉਹਨੂੰ ਆਪਣਾ ਗੁਰੂ ਚੇਤੇ ਰਹਿੰਦਾ, ਗੁਰੂ ਕੀ ਬਾਣੀ ਵਿੱਚੋਂ ਬਾਰ-ਬਾਰ ਉਹ ਪੰਕਤੀਆਂ ਪੜ੍ਹਦਾ, ਉਹ ਅੰਦਰ ਮਾਨੋ ਤੀਰ ਦੀ ਨੇ ਅੰਦਰ ਵਹਿੰਦੀਆਂ ਜਾਂਦੀਆਂ, ਅੰਦਰ ਵਿਰਾਗ ਪੈਦਾ ਹੁੰਦਾ ਹੈ। ਅਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਭਾਈ ਅੱਠੇ ਪਹਿਰ ਹਰ ਸਮੇਂ ਦਮ ਦਮ ਸਦਾ ਸੰਭਾਲਤਾ, ਦਮ ਨਾ ਬਿਰਥਾ ਜਾਏ, ਤੂੰ ਹਰੀ ਦੇ ਗੁਣ ਗਾਣਾ ਕਰ। ਜੀ ਪ੍ਰਾਨ ਕੋਈ ਹੈ ਸੁਭਾਉ, ਜੀ ਜਿੰਦ ਆਤਮਾ ਪ੍ਰਾਣ ਜਿਹੜੇ ਸਾਡੇ ਸਰੀਰ 'ਚ ਪਾਏ ਹੋਏ ਨੇ, ਜੀਵ ਦੇ ਕਹਿੰਦੇ ਜਿੰਨੇ ਪ੍ਰਾਣਾਂ ਦਾ ਕਹਿੰਦੇ ਇਹੀ ਸਵਾਰਥ ਹੈ, ਅਸਲ ਵਿੱਚ ਇਹੀ ਮਨੋਰਥ ਹੈ ਕਿ ਪਰਮਾਤਮਾ ਦੇ ਗੁਣ ਗਾਉਣ ਦੇ ਲਈ ਇਹ ਮਨੁੱਖਾ ਦੇਈ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਇਹੀ ਕਹਿੰਦੇ ਜ਼ਿੰਦਗੀ ਦਾ ਮਨੋਰਥ ਹੈ। ਤਜ ਅਭਮਾਨ ਜਾਨ ਪ੍ਰਭ ਸੰਗ, ਸਾਧ ਪ੍ਰਸਾਦ ਹਰ ਸਿਉ ਮਨ ਰੰਗ। ਤਜ ਅਭਮਾਨ, ਪਾਤਸ਼ਾਹ ਕਹਿੰਦੇ ਆਪਣੇ ਅੰਦਰੋਂ ਤੂੰ ਅਭਮਾਨ ਹੰਕਾਰ ਨੂੰ ਛੱਡ ਦੇ, ਮਾਣ ਨੂੰ ਤਿਆਗ ਦੇ। ਇੰਜ ਜਾਣ ਪ੍ਰਭ ਸੰਗ, ਪ੍ਰਭੂ ਨੂੰ ਹਰ ਸਮੇਂ ਆਪਣੇ ਅੰਗ ਸੰਗ ਜਾਣਨਾ, ਕਿਉਂਕਿ ਮੇਰਾ ਮਾਲਕ, ਮੇਰਾ ਪ੍ਰਭੂ, ਮੇਰਾ ਗੁਰੂ ਮੇਰੇ ਹਰ ਸਮੇਂ ਨਾਲ ਹੈ, ਮੇਰੇ ਕੋਲ ਹੈ। ਸਾਧ ਪ੍ਰਸਾਦ, ਸਾਧ ਪ੍ਰਸਾਦ ਗੁਰੂ ਰੂਪੀ ਸਾਧੂ, ਗੁਰੂ ਦੀ ਪ੍ਰਸਾਦ ਕਿਰਪਾ ਸਦਕਾ ਕਹਿੰਦੇ ਉਸ ਹਰੀ ਪਰਮਾਤਮਾ ਦੇ ਨਾਮ ਵਿੱਚ ਆਪਣੇ ਮਨ ਨੂੰ ਰੰਗਣਾ ਕਰ। ਜਿਨ ਤੂੰ ਕੀਆ ਤਿਸ ਕੋ ਜਾਨ, ਆਗੈ ਦਰਗਹ ਪਾਵੈ ਮਾਨ। ਗੁਰੂ ਸਾਹਿਬਾਨ ਜੀ ਅਗਲੇ ਪਦ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਨ ਤੂੰ ਕੀਆ, ਹੇ ਭਾਈ ਜਿਸ ਨੂੰ ਜਿਨ ਤੂੰ ਕੀਆ, ਜਿਸ ਮਾਲਕ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਉਸ ਮਾਲਕ ਨੂੰ ਕਹਿੰਦੇ ਤਿਸ ਕੋ ਜਾਣ, ਉਸ ਮਾਲਕ ਨੂੰ ਜਾਣਨਾ ਕਰ। ਦੇਖੋ ਕਿੰਨੀ ਪਰਮਾਤਮਾ ਨੇ ਖੇਡ ਕਿਸ ਤਰ੍ਹਾਂ ਵਰਤਾਣਾ ਕੀਤੀ ਹੈ। ਮਨੁੱਖ ਬਣਾਏ, ਜੀਵ ਬਣਾਏ, ਜੀਵਾਂ ਦੇ ਅੰਦਰ ਸਰੀਰ ਬਣਾ ਕੇ, ਆਲਣਾ ਬਣਾ ਕੇ ਗੁਰੂ ਸਾਰੇ ਵਿੱਚ ਜੀਵ ਨੂੰ ਬਿਠਾ ਦਿੱਤਾ। ਰੋਜ਼ਾਨਾ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੋਤਰ ਖਾਇਆ। ਸਰੀਰ ਗੁਫਾ ਹੈ, ਪਰਮਾਤਮਾ ਨੇ ਇਸ ਗੁਫਾ ਇਹਦੇ 'ਚ ਜਿੰਦ ਪਾ ਦਿੱਤੀ, ਜੀਵ ਨੂੰ ਬਿਠਾ ਦਿੱਤਾ। ਅਤੇ ਇਸੇ ਹੀ ਗੁਫਾ ਦੇ ਵਿੱਚ ਜਿੱਥੇ ਜੀਵ ਬੈਠਾ ਉੱਥੇ ਹੀ ਪਰਮਾਤਮਾ ਨਾਲ ਬਹਿ ਗਿਆ। ਪਰਮਾਤਮਾ ਵੀ ਨਾਲ ਬੈਠਾ ਹੋਇਆ ਹੈ, ਪਰ ਗੁਰੂ ਸਵਾਰਿਓ ਮਾਣ ਹੋਣ ਕਰਕੇ, ਅਹੰਗ ਹੋਣ ਕਰਕੇ ਜੀਵ ਨੂੰ ਜਿਹੜਾ ਪਰਮਾਤਮਾ ਅੰਦਰ ਦਿਖਾਈ ਨਹੀਂ ਦੇ ਰਿਹਾ ਹੈ। ਅੰਦਰ ਦਿਖਾਈ, ਜੀਵ ਬਾਹਰ ਟੱਕਰਾਂ ਮਾਰਦਾ ਫਿਰਦਾ, ਕਦੇ ਪਹਾੜਾਂ ਉੱਤੇ ਲੱਭਣ ਚੱਲ ਗਿਆ, ਕਦੇ ਗੁਰੂ ਸਰ ਜਲ ਧਾਰੇ ਕਰਨ ਲੱਗ ਪਿਆ, ਕਦੇ ਤੀਰਥਾਂ ਦੇ ਆ ਕੇ ਕੰਢਿਆਂ 'ਤੇ ਜਾ ਕੇ ਬੈਠ ਗਿਆ ਕਿ ਸ਼ਾਇਦ ਪਰਮਾਤਮਾ ਇੱਥੇ ਹੋਵੇਗਾ। ਅਤੇ ਪਰਮਾਤਮਾ ਕਹਿੰਦਾ ਨਹੀਂ ਭਾਈ, ਮੈਂ ਤੇਰੇ ਅੰਦਰ ਹੈ, ਤੂੰ ਅੰਦਰ ਝਾਤੀ ਮਾਰ, ਅੰਦਰ ਦੇਖਣਾ ਕਰ। ਫਿਰ ਜਦੋਂ ਗੁਰੂ ਸਵਾਰੇ ਗੁਰੂ ਬਖਸ਼ਿਸ਼ ਕਰਦਾ, ਫਿਰ ਕਿਉਂਕਿ ਇਹਨਾਂ ਨੇਤਰਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਇਹਨਾਂ ਨੇਤਰਾਂ ਵਿੱਚ ਤਾਂ ਭਰਮ ਦੇ ਫੋਲੇ ਪਏ ਹੋਏ ਨੇ, ਇਹਦੇ ਨਾਲ ਆਪਾਂ ਕਿਵੇਂ ਦੇਖ ਲਵਾਂਗੇ? ਉਹ ਨੇਤਰ ਵੱਖਰੇ ਨੇ। ਜਦੋਂ ਗੁਰੂ ਨੇਤਰਾਂ ਵਿੱਚੋਂ ਭਰਮ ਦੇ ਫੋਲੇ ਕੱਢ ਦਿੰਦਾ ਹੈ, ਫਿਰ ਗੁਰੂ ਸਰੇ ਅੰਦਰੋਂ ਦਿਖਾਈ ਦਿੰਦਾ ਪਰਮਾਤਮਾ। ਫਿਰ ਅਵਸਥਾ ਬਣਦੀ ਹੈ, ਜਹ ਜਹ ਵੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਫਿਰ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਰਹੋ ਵਿਚਾਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਤੇ ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ, ਉਹਨੂੰ ਕਹਿੰਦੇ ਤੂੰ ਆਪਣੇ ਅੰਗ ਸੰਗ ਜਾਣਨਾ ਕਰ। ਅਤੇ ਜੇ ਉਹਨੂੰ ਜਾਣੇਗਾ, ਉਹਦਾ ਸਿਮਰਨ ਕਰੇਗਾ, ਉਹਦੀ ਬੰਦਗੀ ਕਰੇਗਾ, ਆਗੈ ਦਰਗਹ ਪਾਵੈ ਮਾਣ, ਫਿਰ ਮਾਲਕ ਦੀ ਦਰਗਾਹ ਵਿਖੇ ਤੈਨੂੰ ਮਾਣ ਸਨਮਾਨ ਪ੍ਰਾਪਤ ਹੋਵੇਗਾ। ਰੇ ਰੇ ਦਰਗਹ ਕਹਿ ਨ ਕਉ, ਆਓ ਬੈਠ ਆਦਰ ਸਭ ਦਿਓ। ਜਿਵੇਂ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਆਪਾਂ ਕੋਈ ਚੰਗਾ ਕੰਮ ਕਰ ਲਈਏ, ਮਾਨੋ 4 ਬੰਦੇ ਸਾਨੂੰ ਸਲਾਹੁਣ, ਅਤੇ ਇਸੇ ਤਰ੍ਹਾਂ ਗੁਰੂ ਸਵਾਰੇ ਫਿਰ
ਮਨੁੱਖ ਨੂੰ ਸਨਮਾਨ ਮਿਲਦਾ ਸੰਸਾਰ ਵਿੱਚ, ਮਾਲਕ ਦੀ ਦਰਗਾਹ ਵੇਖੇ ਵੀ ਇਸੇ ਤਰ੍ਹਾਂ ਮਾਣ ਬੜਾਈ ਮਿਲਦੀ ਹੈ। ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਮਾਲਕ ਦੀ ਦਰਗਾਹ ਵੇਖੇ ਭਾਈ ਤੈਨੂੰ ਮਾਣ ਮਿਲੇਗਾ। ਮਨ ਤਨ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਪਤ ਗੋਪਾਲ। ਭਾਈ ਨਾਮ ਜਪ ਕੇ ਤੇਰਾ ਮਨ ਵੀ ਤੇਰਾ ਤਨ ਵੀ ਇਹ ਨਿਰਮਲ ਹੋ ਜਾਵੇਗਾ, ਤੂੰ ਨਦਰੋਂ ਨਦਰ ਨਿਹਾਲ ਹੋ ਜਾਵੇਗਾ। ਰਸਨਾ ਨਾਮ ਜਪਤ ਗੋਪਾਲ, ਕੰਮ ਕਰਨਾ ਪਵੇਗਾ। ਰਸਨਾ ਦੇ ਨਾਹੀਂ ਤੈਨੂੰ ਗੋਪਾਲ ਦਾ ਨਾਮ ਜਪਣਾ ਪਵੇਗਾ। ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੈ ਰਵਾਲਾ। ਹੇ ਦਿਆਲੂ ਪ੍ਰਭੂ, ਦੀਨਾਂ ਦੀ ਰੱਖਿਆ ਕਰਨ ਵਾਲੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰ। ਹੇ ਮੇਰੇ ਪ੍ਰਮਾਲਕ ਜੀ, ਮੇਰੇ ਉੱਤੇ ਬਖਸ਼ਿਸ਼ ਕਰੋ। ਕੀ ਮੰਗਿਆ? ਸਾਧੂ ਕੀ ਮਨ ਮੰਗੈ ਰਵਾਲਾ। ਜਿਹੜੇ ਤੇਰੇ ਸਾਧੂ ਜਨ ਹਨ, ਨਾਮ ਜਪਣਾ ਨਾਮ ਰਸੀ ਹਨ, ਜਿਹੜਾ ਦਾ ਮਨ ਵਿਕਾਰਾਂ ਨੂੰ ਸਾਧਿਆ ਹੋਇਆ ਗੁਰੂ ਰੂਪੀ ਸਾਧੂ, ਉਹ ਮਹਾਂਪੁਰਖ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨੇ, ਲੁਕਾਈ ਨੂੰ ਜੋੜਦੇ ਨੇ, ਉਹਨਾਂ ਦੀ ਸੰਗਤ, ਉਹਨਾਂ ਦੀ ਮਾਲਕ ਜੀ ਮੈਨੂੰ ਸੰਗਤ ਬਖਸ਼ਣਾ ਕਰੋ, ਉਹਨਾਂ ਦੀ ਚਰਨ ਧੂੜੀ ਦੇਣਾ ਕਰੋ। ਹੋ ਦਇਆਲ ਦੇਹੋ ਪ੍ਰਭ ਦਾਨ, ਨਾਨਕ ਜਪ ਜੀਵੈ ਪ੍ਰਭ ਨਾਮ। ਹੋ ਦਇਆਲ, ਹੇ ਦਿਆਲੂ ਪ੍ਰਭੂ ਜੀ ਮੇਰੇ ਉੱਤੇ ਦਇਆ ਕਰੋ, ਰਹਿਮਤ ਕਰੋ। ਆਪ ਜੀ ਦਇਆ ਦੇ ਘਰ ਵਿੱਚ ਆਵੋ ਤੇ ਆਪਣੇ ਦਰੋਂ ਦੇਹੋ ਪ੍ਰਭ ਦਾਨ, ਮੈਨੂੰ ਆਪਣੇ ਦਰੋਂ ਨਾਮ ਦਾ ਦਾਨ ਦੇਣਾ ਕਰੋ। ਗੁਰਸਿੱਖੀ ਜੀਵਨ ਬਖਸ਼ੋ, ਨਾਮ ਦਾ ਦੇਵੋ। ਤੇ ਨਾਨਕ ਜਪ ਜੀਵੈ ਪ੍ਰਭ ਨਾਮ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਕਿ ਨਾਨਕ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਨਾਨਕ ਦਾ ਜੀਣਾ ਹੁੰਦਾ ਹੈ। ਅੱਠੇ ਪੈਰ ਨਾਨਕ ਪ੍ਰਭੂ ਦਾ ਨਾਮ ਜਪਦਾ ਹੈ, ਜਿਹਦੇ ਰਾਹੀਂ ਵਜੂ ਦਾ ਜੀਣਾ ਹੋ ਰਿਹਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਇਹ ਗੁਰੂ ਸਵਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤਾਂ ਇੱਕ ਨਹੀਂ, ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ, ਉਹਨਾਂ ਪਾਸੋਂ ਆਪਾਂ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ